ਮਨਪ੍ਰੀਤ ਜੀ, ਜਲੰਧਰ ਵਾਲੀ ਜ਼ਿਮਨੀ ਚੋਣ ਅੱਜ ਹੋ ਰਹੀ ਹੈ ਜੀ, ਉੱਥੇ VOTING ਹੋ ਰਹੀ ਹੈ ਤੇ ਨਾਲ ਹੀ ਕਰਨਾਟਕ ਦੇ ਵਿੱਚ ਵੀ ਚੋਣਾਂ ਨੇ ਅੱਜ। ਬਿਲਕੁਲ, ਤੁਸੀਂ ਦੇਖੋ ਪੰਜਾਬ ਲਈ ਮਹੱਤਵਪੂਰਨ ਹੋ ਸਕਦੀ ਹੈ ਜ਼ਿਮਨੀ ਚੋਣ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀ, ਪਰ ਇਸ ਟਾਈਮ ਭਾਰਤ ਦੇ ਬਾਕੀ ਸੂਬਿਆਂ ਦੀ ਨਜ਼ਰ ਆ ਕਰਨਾਟਕ ਦੀ। ਪਰ ਪਹਿਲਾਂ ਆਪਾਂ ਜਲੰਧਰ ਦੀ ਗੱਲ ਕਰ ਲੈਂਦੇ ਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਬਹੁਤ ਜ਼ੋਰ ਲੱਗਾ ਹੋਇਆ ਸੀ, ਇਹ ਤਾਂ ਵਾਸੂ ਜੀ ਤੁਹਾਨੂੰ ਪਤਾ ਹੀ ਹੋਣਾ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਜਿਹੜਾ ਸੰਗਰੂਰ ਦਾ ਦਾਗ ਉਹਨਾਂ ਤੇ ਲੱਗਾ ਹੋਇਆ, ਜਦੋਂ ਉਹਨਾਂ ਨੇ ਆਪਣੀ ਪਹਿਲੀ ਜ਼ਿਮਨੀ ਚੋਣ ਇੰਨੇ ਵੱਡੇ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਵੀ ਹਾਰ ਗਏ ਸੀ ਉਸ ਤੋਂ ਬਾਅਦ ਇਹ ਦੂਸਰੀ ਹੈ ਤੇ ਕਿਤੇ ਦੂਸਰੀ ਨਾ ਹਾਰ ਜਾਣ, ਇਸ ਉੱਤੇ ਉਹਨਾਂ ਦਾ ਜ਼ੋਰ ਲੱਗਾ। ਹੁਣ ਤੁਸੀਂ ਦੇਖੋ ਹਰਪਾਲ ਸਿੰਘ ਚੀਮਾ ਇਸ ਕਨਸਟੀਟੂਐਂਸੀ ਦੇ ਲੋਕ ਸਭਾ ਦੇ ਉਹਨਾਂ ਨੂੰ ਇੰਚਾਰਜ ਬਣਾਇਆ, ਉਹ ਫਾਈਨੈਂਸ ਮਿਨਿਸਟਰ ਨੇ। ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ, ਉਹ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ 5000 ਵਿਅਕਤੀ ਆ ਉਹ ਸ਼ਾਮਲ ਹੋ ਗਏ, ਯਾਨੀ ਕਿ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਇਹਦੇ ਵਿੱਚ 600 ਸਰਪੰਚ ਨੇ, ਇਹਦੇ ਵਿੱਚ ਪੰਚ ਨੇ, ਔਰ ਇਸ ਤਰ੍ਹਾਂ ਐਕਸ ਜਿਹੜੇ ਸਾਬਕਾ ਕੋਈ ਪੰਚਾਇਤ ਮੈਂਬਰ ਨੇ, 50-60 ਕਾਉਂਸਲਰਸ ਨੇ। ਇਹਨਾਂ ਗੱਲਾਂ ਨੂੰ ਦੱਸ ਕੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਦੇਖੋ ਅੱਜ ਵੀ ਸਾਡੀ ਪਾਰਟੀ ਬਹੁਤ ਪਪੂਲਰ ਆ, ਲੋਕਾਂ ਦੇ ਵਿੱਚ ਹਰਮਨ ਪਿਆਰੀ ਆ, ਸੋ ਇਸ ਕਰਕੇ ਅਸੀਂ ਇਹ ਚੋਣ ਜਿੱਤ ਜਾਾਂਗੇ। ਨਾਲ ਹੀ ਉਹ ਗੱਲ ਕਰਦੇ ਆ ਕਿਉਂਕਿ ਅਸੀਂ ਬਿਜਲੀ ਮੁਫਤ ਦੇ ਰਹੇ ਆ ਇੱਕ ਵੱਡੇ ਸੈਕਸ਼ਨ ਨੂੰ, ਇਸ ਤੋਂ ਇਲਾਵਾ ਅਸੀਂ ਮੁਹੱਲਾ ਕਲੀਨਿਕਸ ਐਸਟੈਬਲਿਸ਼ ਕਰ ਰਹੇ ਹਾਂ, ਇਸ ਤੋਂ ਇਲਾਵਾ ਅਸੀਂ तमाम ਤਰ੍ਹਾਂ ਦੀਆਂ ਵੈਲਫੇਅਰ ਸਕੀਮਸ ਲਾਂਚ ਕੀਤੀਆਂ ਨੇ। ਰਾਜਜੀਤ ਸਿੰਘ ਨੂੰ ਅਸੀਂ ਬਰਖਾਸਤ ਕੀਤਾ, ਅੰਮ੍ਰਿਤਪਾਲ ਸਿੰਘ ਨੂੰ ਅਸੀਂ ਫੜਿਆ, ਇਸੇ ਤਰ੍ਹਾਂ ਸੁਰਜਨ ਸਿੰਘ ਚੱਠਾ ਨੰਗਲ ਅੰਬੀਆਂ ਦੇ ਉਸ ਮਰਡਰ ਕੇਸ ਦੇ ਵਿੱਚ ਜਿਹਦਾ ਨਾਮ ਹੁੰਦਾ ਸੀ ਉਹਨੂੰ ਫੜਿਆ। ਇਹਨਾਂ तमाम ਚੀਜ਼ਾਂ ਨੂੰ ਗਿਣਾ ਕੇ ਉਹ ਕਹਿੰਦੇ ਨੇ ਇਹ ਸਾਡੀਆਂ ਪ੍ਰਾਪਤੀਆਂ ਨੇ। ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਕਹਿੰਦੇ ਜਿਹੜੇ ਇਹ ਸਰਪੰਚਾਂ ਦੀਆਂ, ਪੰਚਾਂ ਦੀਆਂ, ਕਾਉਂਸਲਰਸ ਦੀਆਂ ਗੱਲਾਂ ਕਰਦੇ ਆ, ਇਹ ਸਰਕਾਰ ਆ, ਸੱਤਾ ਦੇ ਵਿੱਚ ਆ, ਤੇ ਇਹਨਾਂ ਨੇ ਬਾਹ ਮਰੋੜ ਕੇ ਉਹਨਾਂ ਦੀ ਪ੍ਰੈਸ਼ਰ ਦੇ ਨਾਲ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ। ਇਹੀ ਗੱਲ ਪਵਨ ਕੁਮਾਰ ਟੀਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹ ਕਹਿੰਦੇ ਜਿੰਨਾ ਦੁਰਉਪਯੋਗ ਆਮ ਆਦਮੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਦਾ ਕੀਤਾ, ਸ਼ਾਇਦ ਹੀ ਪਹਿਲਾਂ ਇਸ ਦੀ ਕੋਈ ਉਦਾਹਰਨ ਮਿਲਦੀ ਹੋਵੇ। ਸੋ ਵਾਸੂ ਜੀ, ਕੁੱਲ ਮਿਲਾ ਕੇ ਦੋਸ਼ ਨੇ, ਦਾਅਵੇ ਨੇ, ਕਲੇਮਸ ਨੇ, ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ। ਪਰ ਇੱਕ ਗੱਲ ਹੋਰ ਆ, ਲੋਕਾਂ ਦੀ ਥੋੜੀ ਜਿਹੀ ਉਦਾਸੀਨਤਾ ਵੀ ਹੈ ਇਸ ਇਲੈਕਸ਼ਨ ਤੋਂ, ਬਹੁਤ ਜ਼ਿਆਦਾ ਦਿਲਚਸਪੀ ਮੈਨੂੰ ਦਿਖੀ ਨਹੀਂ। ਸੰਗਰੂਰ ਦੇ ਵਿੱਚ ਤੁਸੀਂ ਦੇਖੋ ਜਦੋਂ ਚੋਣਾਂ ਹੋਈਆਂ ਸੀ, ਜੀ ਵਾਸੂ ਜੀ ਤੁਸੀਂ ਕੁਝ ਕਹਿ ਰਹੇ ਸੀ? ਜੀ ਨਹੀਂ, ਪਲੀਜ਼ ਕੰਟੀਨਿਊ। ਜੀ, ਸੰਗਰੂਰ ਦੇ ਵਿੱਚ ਵਾਸੂ ਜੀ ਜਦੋਂ ਚੋਣਾਂ ਹੋਈਆਂ ਤਾਂ ਕੇਵਲ 45% ਲੋਕਾਂ ਨੇ ਵੋਟਾਂ ਪਾਈਆਂ ਸੀ, ਬਹੁਤ ਹੀ ਘੱਟ ਟਰਨ ਆਊਟ ਸੀ। ਕੀ ਕਿਤੇ ਇਸ ਤਰ੍ਹਾਂ ਦਾ ਟਰਨ ਆਊਟ ਤਾਂ ਨਹੀਂ ਰਹੇਗਾ ਲੋਕ ਦਿਲਚਸਪੀ ਨਾ ਲੈਣ? ਇਹਦੇ ਵਿੱਚ ਵੀ ਆਪਣੇ ਵਿੱਚ ਦੇਖਣ ਦੀ ਗੱਲ ਹੋਏਗੀ। ਸੋ ਦੇਖਦੇ ਆ। ਪਰ ਨਾਲ ਹੀ ਮੈਂ ਕਰਨਾਟਕ ਦੀ ਜ਼ਰੂਰ ਗੱਲ ਕਰਦਾ। 224 ਸੀਟਾਂ ਵਾਲੀ ਇਹ ਵਿਧਾਨ ਸਭਾ, ਇਸ ਉੱਤੇ ਸਾਰੇ ਭਾਰਤ ਦੀ ਨਜ਼ਰ ਆ। ਇਸ ਨੇ ਹੀ ਭਾਰਤ ਦਾ, ਇਸ ਤਰ੍ਹਾਂ ਕਿਹਾ ਜਾਂਦਾ ਐਕਸਪਰਟਸ ਵੱਲੋਂ, ਕਿ ਭਾਰਤ ਦਾ ਆਉਣ ਵਾਲਾ ਮੁਸਤਕਬਲ, ਪੋਲੀਟੀਕਲ ਮੁਸਤਕਬਲ ਇਹਨੇ ਤੈਅ ਕਰਨਾ, ਭਵਿੱਖ ਤੈਅ ਕਰਨਾ। ਕਿਉਂਕਿ ਇਸ ਤੋਂ ਬਾਅਦ ਜੇ ਇੱਕ ਤਰ੍ਹਾਂ ਦਾ ਮੋਮੈਂਟਮ ਜਿਸ ਵੀ ਪਾਰਟੀ ਨੂੰ ਮਿਲ ਜਾਂਦਾ, ਤੇ ਮੱਧ ਪ੍ਰਦੇਸ਼ ਦੇ ਵਿੱਚ, ਤੇਲੰਗਾਨਾ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਰਾਜਸਥਾਨ ਦੇ ਵਿੱਚ ਵੀ ਹੋਣੀਆਂ, ਤੇ ਫਿਰ ਉਸ ਪਾਰਟੀ ਨੂੰ ਹੋ ਸਕਦਾ ਫਾਇਦਾ ਮਿਲੇ। ਇਸ ਤਰ੍ਹਾਂ ਦੀ ਇਹ ਗੱਲ ਕਹੀ ਜਾ ਰਹੀ। ਕਰਨਾਟਕ ਦੀ ਚੋਣ ਆ ਜਿਹੜੀ, ਉਸ ਦੇ ਵਿੱਚ ਜਿਸ ਤਰ੍ਹਾਂ ਦੇ ਸਲੋਗਨਸ ਵਰਤੇ ਗਏ ਨੇ, ਜਿਸ ਤਰ੍ਹਾਂ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਆ, ਉਸ ਉੱਤੇ ਵੀ ਸਾਰਿਆਂ ਦੀ ਨਜ਼ਰ ਆ। ਹੁਣ ਤੁਸੀਂ ਦੇਖੋ ਈਵਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਜਦੋਂ ਇਹ ਕਹਿ ਕੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਐਲਾਨ ਕੀਤਾ, ਜਾਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਰਿਕੁਐਸਟ ਕੀਤੀ, ਅਪੀਲ ਕੀਤੀ ਕਿ ਤੁਸੀਂ ਬਜਰੰਗ ਬਲੀ ਦਾ ਨਾਂ ਲੈ ਕੇ ਤੁਸੀਂ ਵੋਟ ਪਾਓ, ਇਹ ਕਾਂਗਰਸ ਨੇ ਇਸ ਉੱਤੇ ਹਮਲਾ ਕੀਤਾ ਕਿ ਦੇਖੋ ਸਿੱਧਾ ਧਰਮ ਦਾ ਇਸਤੇਮਾਲ ਹੋ ਰਿਹਾ, ਔਰ ਇਲੈਕਸ਼ਨ ਕਮਿਸ਼ਨ ਚੁੱਪ ਬੈਠਾ। ਦੂਸਰੇ ਪਾਸੇ ਕਾਂਗਰਸ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਅਸੀਂ ਬਜਰੰਗ ਦਲ ਨੂੰ ਅਸੀਂ ਬੈਨ ਕਰਾਂਗੇ, ਤੇ ਇੱਕ ਹੈ ਪੀਪਲਜ਼ ਫਰੰਟ ਆਫ ਇੰਡੀਆ, ਪੀਪਲਜ਼ ਪਪੂਲਰ ਫਰੰਟ ਆਫ ਇੰਡੀਆ, ਇਹ ਇੱਕ ਇਸਲਾਮਿਕ ਆਰਗੇਨਾਈਜੇਸ਼ਨ ਆ, ਕਹਿੰਦੇ ਅਸੀਂ ਇਸ ਨੂੰ ਵੀ ਬੈਨ ਕਰਾਂਗੇ। ਇਸ ਚੀਜ਼ ਨੂੰ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨਾਂ 'ਚ ਮੁੱਦਾ ਬਣਾ ਲਿਆ। ਬਜਰੰਗ ਦਲ ਦੀ ਜਗ੍ਹਾ ਤੇ ਉਹਨਾਂ ਨੇ ਕਹਿਤਾ ਦੇਖੋ ਜੀ ਇਹ ਤਾਂ ਬਜਰੰਗੀ ਤੇ ਜਾਂ ਹਨੂਮਾਨ ਜੀ ਤੇ ਇੱਕ ਤਰ੍ਹਾਂ ਦਾ ਹਮਲਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ, ਪਰ ਇਹ ਤਾਂ ਸਮਾਂ ਦੱਸੂਗਾ। ਦੂਸਰੇ ਪਾਸੇ ਇਸੇ ਸਰਕਾਰ ਦੇ 40% ਦੀ ਕਰਪਸ਼ਨ ਦੇ ਦੋਸ਼ ਵੀ ਲੱਗਦੇ ਆ, ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੁਰਾਣੀ ਸਰਕਾਰ ਆ, ਜਿਹੜੀ ਮੌਜੂਦਾ ਸਰਕਾਰ ਆ। ਸੋ ਦੇਖਣਾ ਪਊਗਾ, ਸਾਰੇ ਦੀ ਨਜ਼ਰ ਆ। ਤੇ 13 ਮਈ ਨੂੰ ਜਦੋਂ ਰਿਜ਼ਲਟ ਆਉਣਗੇ, ਪਹਿਲਾਂ ਤਾਂ ਅੱਜ ਦੀ ਚੋਣ ਦੇਖਾਂਗੇ ਕਿੰਨੀ ਫੀਸਦੀ ਜਾਂਦੀ ਹੈ, ਤੇ 13 ਮਈ ਨੂੰ ਮੈਨੂੰ ਲੱਗਦਾ ਭਾਰਤ ਦੀ ਨਜ਼ਰ ਤਾਂ ਕਰਨਾਟਕ ਤੇ ਰਹੇਗੀ, ਪੰਜਾਬ ਦੇ ਲੋਕਾਂ ਦੀ ਜ਼ਿਮਨੀ ਚੋਣ ਤੇ, ਜਲੰਧਰ ਦੀ ਜ਼ਿਮਨੀ ਚੋਣ ਤੇ ਜ਼ਰੂਰ ਰਹੇਗੀ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਬਾਰੇ ਜਿਹੜੀ ਰਿਪੋਰਟ ਬਣਾ ਕੇ DGP ਗੌਰਵ ਯਾਦਵ ਨੇ ਸਬਮਿਟ ਕੀਤੀ,
ਉਹ ਮੁੱਖ ਮੰਤਰੀ ਸਾਹਿਬ ਨੂੰ ਪਸੰਦ ਨਹੀਂ ਆਈ। ਉਹ ਕਹਿੰਦੇ ਪੂਰੇ ਸਰਵਿਸ ਰਿਕਾਰਡ ਦੇ ਆਧਾਰ ਤੇ ਰਿਪੋਰਟ ਬਣਾਓ ਤੇ ਦੁਬਾਰਾ ਕਹਿੰਦੇ ਦਰਜ ਕਰੋ। ਬਿਲਕੁਲ, ਤੁਸੀਂ ਦੇਖੋ ਜਿਹੜੇ ਇੰਸਪੈਕਟਰ ਇੰਦਰਜੀਤ ਸਿੰਘ ਆ, ਇਹ ਸਨ 2017 ਦੇ ਵਿੱਚ ਇਹਨਾਂ ਤੇ ਪਰਚਾ ਹੋਇਆ। ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਜਦੋਂ ਰਾਜਜੀਤ ਸਿੰਘ ਸਾਬਕਾ ਐਸਐਸਪੀ ਤੇ ਏਆਈਜੀ ਜਦੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ, ਤੇ ਫਿਰ ਸਰਕਾਰ ਦੀ ਇੱਕ ਮਨਸ਼ਾ ਹੋਈ ਕਿ ਕਿਉਂ ਨਾ ਜਿਹੜਾ ਪੁਲਿਸ ਦੇ ਵਿੱਚ, ਪੋਲੀਟੀਸ਼ੀਅਨਸ ਦੇ ਵਿੱਚ, ਸਿਆਸਤਦਾਨਾਂ ਦੇ ਵਿੱਚ ਤੇ ਇਹਨਾਂ ਦਾ ਦੋਨਾਂ ਦਾ ਨੈਕਸਸ ਆ ਜਿਹੜਾ, ਜਾਂ ਇਹਨਾਂ ਦਾ ਨਾਤਾ ਉਹ ਸਮਗਲਰਸ ਦੇ ਨਾਲ ਆ, ਡਰੱਗ ਸਮਗਲਰਸ ਨਾਲ, ਉਸ ਨੂੰ ਤੋੜਿਆ ਜਾਵੇ। ਇਸੇ ਕਰਕੇ ਉਹਨਾਂ ਨੇ ਗ੍ਰਹਿ ਵਿਭਾਗ ਨੂੰ ਕਿਹਾ ਸੀ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਰਿਪੋਰਟ ਤਲਬ ਕਰੋ ਕਿ ਇੰਦਰਜੀਤ ਸਿੰਘ ਨੂੰ 31 ਸਾਲਾਂ ਦਾ ਉਹਨਾਂ ਦਾ ਸਰਵਿਸ ਰੈਕਡ ਆ, ਇਹਨਾਂ ਨੂੰ ਕਿਹਨੇ ਮਦਦ ਕੀਤੀ, ਇਹਨਾਂ ਦੀਆਂ ਕਿਹਨੇ ਪ੍ਰਮੋਸ਼ਨਾਂ ਕੀਤੀਆਂ। ਚਲੋ ਇਹ ਤਾਂ ਹੋ ਸਕਦਾ ਕਿ ਜਦੋਂ ਰਾਜਜੀਤ ਸਿੰਘ ਸੀ, ਜਦੋਂ ਉਹ ਹੁਸ਼ਿਆਰਪੁਰ ਦੇ ਵਿੱਚ ਐਸਐਸਪੀ ਸੀ ਜਾਂ ਤਰਨਤਾਰਨ ਦੇ ਵਿੱਚ ਐਸਐਸਪੀ ਸੀ, ਉਦੋਂ ਉਹਨੇ ਸਿਫਾਰਿਸ਼ ਕੀਤੀ ਸੀ, ਰਿਕਮੈਂਡੇਸ਼ਨ ਕੀਤੀ ਸੀ ਕਿ ਇਹਨੂੰ ਸੀਆਈ ਦਾ ਇੰਸਪੈਕਟਰ ਲਾ ਦਿਓ। ਉਹ ਤਾਂ ਕੇਵਲ 14 ਮਹੀਨੇ ਸੀ। ਬਾਕੀ ਜਿਹੜੇ 19 ਸਾਲ ਆ, ਕਿਹੜੇ ਇਸ ਵਿਅਕਤੀ ਨੇ ਜਾਂ ਕਿਹੜੇ ਉਹ ਪੁਲਿਸ ਅਫਸਰ ਨੇ, ਉਹਨਾਂ ਦਾ ਵੀ ਤੁਸੀਂ ਪਰਦਾਫਾਸ਼ ਕਰੋ। ਫਿਰ ਇੱਕ ਗੱਲ ਹੋਰ ਕਹੀ ਸੀ ਕਿ 14 ਡਿਪਾਰਟਮੈਂਟਲ ਇਨਕੁਆਇਰੀਜ਼ ਇਹਨਾਂ ਦੇ ਖਿਲਾਫ ਹੋਈਆਂ ਸੀ। ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹਨਾਂ ਨੂੰ ਕਲੀਨ ਚਿੱਟ ਮਿਲ ਗਈ, ਡਬਲ ਇਹਨਾਂ ਨੂੰ ਪ੍ਰਮੋਸ਼ਨ ਮਿਲ ਗਈ। ਇਹ ਕਿਹਨੇ ਦਿੱਤੀਆਂ? ਇਹ ਤਾਂ ਹੋ ਨਹੀਂ ਸਕਦਾ ਕਿ ਰਾਜਜੀਤ ਨੇ ਸਾਰਾ ਕੁਝ ਕਰਤਾ ਹੋਵੇ। ਇੱਕ ਨਾ ਤੁਹਾਨੂੰ ਯਾਦ ਹੋਰ ਹੋਣਾ, ਇਹਨਾਂ ਨੇ ਪਿਛਲੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਡੀਜੀਪੀ ਸੁਮੇਧ ਸਿੰਘ ਸੈਣੀ ਉਹਨਾਂ ਨੇ ਕਰਤਾ। ਇਸ ਉੱਤੇ ਵੀ ਪੰਜਾਬ ਦੇ ਮੁੱਖ ਮੰਤਰੀ ਨਾਖੁਸ਼ ਨੇ, ਕਹਿੰਦੇ ਕੱਲੇ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਨਾਂ ਲੈ ਕੇ ਨਾ ਇਸ ਉੱਤੇ ਪਰਦਾ ਪਾਓ, ਸਾਰਿਆਂ ਦੇ ਨਾਮ ਉਜਾਗਰ ਕਰੋ। ਹੁਣ ਦੇਖਦੇ ਆ ਕਿ ਜਿਹੜੀ ਦੁਬਾਰਾ ਰਿਪੋਰਟ ਮੰਗੀ ਗਈ ਹੈ ਗੌਰਵ ਯਾਦਵ ਤੋਂ, ਤਾਂ ਕਿ ਜਿਹੜੇ ਬਾਕੀ ਪੁਲਿਸ ਆਫੀਸਰ ਆ ਜਿਨ੍ਹਾਂ ਨੇ ਇੰਦਰਜੀਤ ਸਿੰਘ ਦੀ ਮਦਦ ਕੀਤੀ ਹੈ, ਕੀ ਉਹਨਾਂ ਦੇ ਨਾਮ ਆਉਂਦੇ ਨੇ, ਕੀ ਕੋਈ ਹੋਰ ਖੁਲਾਸੇ ਹੁੰਦੇ ਨੇ। ਜੀ ਵਾਸੂ ਜੀ। ਮਨਪ੍ਰੀਤ ਜੀ, ਪੰਜਾਬ ਵਿਜੀਲੈਂਸ ਦੇ ਕੋਲ ਇੱਕ ਐਫਆਈਆਰ ਆਈ ਹੈ, ਉਹਦੇ ਵਿੱਚ ਇੱਕ ਘਪਲੇ ਬਾਰੇ ਗੱਲ ਹੋਈ ਹੈ ਕਿ ਖੇਤਾਂ ਦੇ ਵਿੱਚ ਅਮਰੂਦਾਂ ਦੇ ਬਾਗ ਵਿਖਾ ਕੇ ਪੈਸੇ ਕਮਾਏ ਗਏ ਨੇ, ਘਪਲੇਬਾਜ਼ੀ ਹੋਈ ਹੈ। ਇਸ ਐਫਆਈਆਰ ਦੇ ਵਿੱਚ 2 ਸੀਨੀਅਰ ਆਈਏਐਸ ਅਧਿਕਾਰੀਆਂ ਦੀਆਂ ਧਰਮ ਪਤਨੀਆਂ ਦਾ ਨਾਮ ਵੱਜਦਾ। ਇਹ ਪੂਰਾ ਮਾਮਲਾ ਕੀ ਹੈ ਜੀ? ਬਿਲਕੁਲ, ਤੁਸੀਂ ਠੀਕ ਕਿਹਾ। ਸਨ 2016 ਦੇ ਵਿੱਚ ਵਾਸੂ ਜੀ ਜ਼ਮੀਨ ਅਕਵਾਇਰ ਹੋਣੀ ਸੀ। ਮੋਹਾਲੀ ਦੇ ਕੁਝ ਪਿੰਡ ਨੇ, ਬਾਕਰਪੁਰ ਪਿੰਡ ਆ, ਸਫੀਪੁਰ ਪਿੰਡ ਆ, ਰੁੜਕਾ ਪਿੰਡ ਆ, ਇੱਥੇ ਜ਼ਮੀਨ ਅਕਵਾਇਰ ਹੋਣੀ ਸੀ। ਤੇ ਉਸ ਵਕਤ 2 ਆਈਏਐਸ ਆਫੀਸਰ ਗਮਾਡਾ ਦੇ, ਇੱਕ ਤਾਂ ਚੀਫ ਐਡਮਿਨਿਸਟ੍ਰੇਟਰ ਸੀ, ਇੱਕ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਸੀ। ਜਦੋਂ ਇਹ ਸੀ ਤੇ ਇਹਨਾਂ ਦੇ ਪਤਨੀਆਂ ਵੀ ਤੇ ਹੋਰ 16 ਵਿਅਕਤੀ, ਇਹਨਾਂ ਨੇ ਬਿਲਕੁਲ ਤੁਸੀਂ ਠੀਕ ਕਿਹਾ, ਰਾਤੋਂ ਰਾਤ ਜਿਹੜੀਆਂ ਜ਼ਮੀਨਾਂ ਦੇ ਵਿੱਚ ਖੇਤੀ ਹੁੰਦੀ ਸੀ, ਐਗਰੀਕਲਚਰ ਹੁੰਦੀ ਸੀ, ਉੱਥੇ ਇਹਨਾਂ ਨੇ ਲਖਨਊ ਤੋਂ, ਉੱਤਰ ਪ੍ਰਦੇਸ਼ ਤੋਂ ਅਮਰੂਦਾਂ ਦੇ ਬੂਟੇ ਲੈ ਆਂਦੇ, ਬੂਟੇ ਲਿਆ ਕੇ ਉੱਥੇ ਕੱਢਦੇ ਤੇ ਕਹਿਤਾ ਕਿ ਦੇਖੋ ਜੀ ਇੱਥੇ ਤਾਂ ਅਮਰੂਦਾਂ ਦੇ ਬਾਗ ਆ, ਜ਼ਮੀਨ ਦਾ ਤਾਂ ਮੁਆਵਜ਼ਾ ਦੋ ਹੀ ਦੋ, ਸਾਨੂੰ ਬਾਗਾਂ ਦਾ। ਇਹਨਾਂ ਨੇ 20 ਸਾਲ ਦਾ ਮੁਆਵਜ਼ਾ ਲੈ ਲਿਆ, ਕਰੋੜਾਂ ਰੁਪਇਆ ਦਾ। ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ ਇਹ ਐਫਆਈਆਰ ਦਰਜ ਹੋਈ ਆ, 18 ਵਿਅਕਤੀ ਤਾਂ ਇੱਕ ਆ, ਉਹਨਾਂ ਦੇ ਵਿੱਚ ਜਿਹੜੇ ਖਾਸ 2 ਨਾਮ ਨੇ, ਉਹ ਨਾਮ ਨੇ, ਇੱਕ ਤਾਂ ਹੈ ਰਾਜੇਸ਼ ਧੀਮਾਨ, ਇਹ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ। ਇਹਨਾਂ ਦੀ ਪਤਨੀ ਹੈ ਜੈਸਮੀਨ ਕੌਰ, ਇਹਨਾਂ ਨੇ ਵੀ ਮੁਆਵਜ਼ਾ ਲਿਆ। ਜੈਸਮੀਨ ਕੌਰ ਦਾ ਤਾਂ ਨਾਮ ਆ ਗਿਆ। ਇੱਕ ਨਾਮ ਹੋਰ ਆ, ਐਕਸਾਈਜ਼ ਕਮਿਸ਼ਨਰ ਨੇ ਪੰਜਾਬ ਦੇ ਵਰੁਣ ਰੁਜਮ, ਪਹਿਲਾਂ ਇਹ ਖੈਰ ਡੀਸੀ ਰਹੇ ਨੇ ਕਈ ਜਗ੍ਹਾ ਤੇ। ਇਹਨਾਂ ਦੀ ਪਤਨੀ ਦਾ ਨਾਮ ਸਿੱਧਾ ਨਹੀਂ ਆਇਆ, ਇੱਕ ਨਾਮ ਆਇਆ ਸੁਮਨਪ੍ਰੀਤ ਕੌਰ। ਉੱਥੇ ਲਿਖਤਾ ਇਹਨਾਂ ਦੇ ਘਰ ਦਾ ਐਡਰੈਸ, ਘਰ ਇਹਨਾਂ ਦਾ ਸਹੀ ਹੈ, ਇਹਨਾਂ ਦਾ ਜੱਦੀ ਘਰ ਆ 314 ਸੈਕਟਰ 20 ਚੰਡੀਗੜ੍ਹ। ਹੁਣ ਇਹਨਾਂ ਨੇ ਕਹਿਤਾ ਕਿ ਦੇਖੋ ਜੀ ਮੇਰਾ ਤਾਂ ਨਾਮ ਆਇਆ ਨਹੀਂ, ਪਰ ਜਦੋਂ ਗਮਾਡਾ ਦੇ ਕੁਝ ਰੈਕਡ ਅਸੀਂ ਖੰਗਾਲੇ, ਉਹਦੇ ਵਿੱਚ ਇਹਨਾਂ ਨੇ ਵੀ ਤੇ ਇਹਨਾਂ ਦੀ ਪਤਨੀ ਸਿਮਰਪ੍ਰੀਤ ਕੌਰ ਆ, ਉਹਨਾਂ ਨੇ ਇਹ ਸਾਰੇ ਮੁਆਵਜ਼ੇ ਲਏ ਹੋਏ ਆ। ਹੁਣ ਗੱਲ ਇੱਥੇ ਇਹ ਆ ਕਿ 2 ਐਡੇ ਵੱਡੇ ਆਈਐਸ ਅਧਿਕਾਰੀ, ਦੇਖੋ ਇਹਨਾਂ ਦੀ ਪਤਨੀ ਜਿਹੜੀ ਤਾਂ ਵਰੁਣ ਰੁਜਮ ਦੀ ਪਤਨੀ ਆ, ਉਹ ਬੀਡੀਐਸ ਡੈਂਟਿਸਟ ਆ, ਡਾਕਟਰ ਆ ਉਹ, ਔਰ ਦੂਸਰੇ ਜਿਹੜੇ ਡੀਸੀ ਦੀ ਵਾਈਫ ਆ, ਉਹ ਇੱਕ ਹਾਊਸ ਵਾਈਫ ਆ। ਇਹਨਾਂ ਨੂੰ ਘਰ ਬੈਠੇ ਦਾ ਪਤਾ ਲੱਗ ਨਹੀਂ ਗਿਆ ਕਿ ਕਿਹੜੀ ਜ਼ਮੀਨ ਐਕਵਾਇਰ ਹੋਣੀ ਆ। ਸੋ ਇਸ ਕਰਕੇ ਇਹਨਾਂ ਨੂੰ ਪਤਨੀਆਂ ਨੂੰ ਬੁੱਕ ਕਰ ਦਿੱਤਾ ਗਿਆ। ਮੈਨੂੰ ਤਾਂ ਇਹ ਲੱਗਦਾ ਵਾਸੂ ਜੀ, ਜਾਂ ਲੋਕਾਂ ਦਾ ਵੀ ਕਹਿਣਾ, ਕਿ ਦਰਅਸਲ ਐਕਸ਼ਨ ਤਾਂ ਇਹਨਾਂ ਅਫਸਰਾਂ ਤੇ ਹੋਣਾ ਚਾਹੀਦਾ, ਪਰ ਕਿਉਂਕਿ ਵਾਸੂ ਜੀ ਜਿਹੜੇ ਆਈਐਸ ਆਫੀਸਰ ਹੁੰਦੇ, ਤੁਹਾਨੂੰ ਵੀ ਪਤਾ, ਬਹੁਤ ਪਾਵਰਫੁਲ ਹੁੰਦੇ ਆ। ਵਿਜੀਲੈਂਸ ਬਿਊਰੋ ਵੀ ਕਈ ਵਾਰੀ ਇਹਨਾਂ ਦੇ ਖਿਲਾਫ ਐਕਸ਼ਨ ਲੈਣ ਤੋਂ ਡਰਦਾ। ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ, PSIEC ਕਹਿੰਦੇ ਨੇ ਉਹਨੂੰ, ਉਹਨਾਂ ਨੇ ਇੱਕ ਪਿਛਲੇ ਦਿਨਾਂ ਦੇ ਵਿੱਚ ਇਸੇ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਸੀ ਤੇ ਇੱਕ ਆਈਐਸ ਆਫੀਸਰ ਨੀਲਮਾ ਦਾ ਨਾਮ ਆ ਗਿਆ ਸੀ। ਉਹਨਾਂ ਦਾ ਨਾਮ ਐਫਆਈਆਰ ਦੇ ਵਿੱਚ ਵੀ ਆ। ਅੱਜ ਤੱਕ ਵਿਜੀਲੈਂਸ ਬਿਊਰੋ ਦਾ ਉਹਨਾਂ ਨੂੰ ਬੁਲਾਉਣ ਦੀ ਹਿੰਮਤ ਨਹੀਂ ਪਈ। ਸੋ ਇਹ ਉਦੋਂ ਵੀ ਵਿਜੀਲੈਂਸ ਜਿਹੜੇ ਸਾਰੇ ਅਫਸਰ ਸੀ ਪੰਜਾਬ ਦੇ ਇਕੱਠੇ ਹੋ ਗਏ, ਕਹਿੰਦੇ ਅਸੀਂ ਤਾਂ ਇੱਕ ਤਰ੍ਹਾਂ ਦੀ ਪੈਨ ਡਾਊਨ ਸਟ੍ਰਾਈਕ ਕਰਨੀ ਆ, PCS ਅਫਸਰ ਵੀ।
ਸੋ ਇੱਥੇ ਜਾ ਕੇ ਕਿਤੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਚਲਾਉਂਦੇ ਆ ਵਿਜੀਲੈਂਸ ਬਿਊਰੋ, ਦੇਖੋ ਸਬ ਇੰਸਪੈਕਟਰ ਫੜ ਲਓ, ਪਟਵਾਰੀ ਫੜ ਲਓ ਜਾਂ ਕੋਈ ਛੋਟਾ ਅਧਿਕਾਰੀ ਫੜ ਲਓ, ਜਿੰਨੀ ਦੇਰ ਤੱਕ ਤੁਸੀਂ ਵੱਡੀਆਂ ਮੱਛੀਆਂ ਨਹੀਂ ਫੜੋਗੇ ਉਨੀ ਦੇਰ ਤੱਕ ਜਿਹੜੀ ਮੁਹਿੰਮ ਜਿਹੜੀ ਚਲਾਈ ਗਈ ਆ ਉਹ ਮੈਨੂੰ ਨਹੀਂ ਲੱਗਦਾ ਕੋਈ ਕਾਰਗਰ ਸਾਬਤ ਹੋਏਗੀ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਅਰਵਿੰਦ ਕੇਜਰੀਵਾਲ ਦੇ ਬੰਗਲੇ ਦੀ ਰੈਨੋਵੇਸ਼ਨ ਦੇ ਉੱਤੇ ਜਿਹੜੇ ਕਰੋੜਾਂ ਰੁਪਏ ਖਰਚੇ ਗਏ ਉਹ ਕਾਫੀ ਮਹਿੰਗੇ ਹੁਣ ਉਹਨਾਂ ਨੂੰ ਸਾਬਤ ਹੋ ਰਹੇ ਨੇ। LGV ਤੇ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਵਾਲੇ ਹੁਣ ਉਹ ਵੀ ਅਰਵਿੰਦ ਕੇਜਰੀਵਾਲ ਪਿੱਛੇ ਪੈ ਗਏ ਨੇ। ਬਿਲਕੁਲ, ਤੁਸੀਂ ਦੇਖੋ ਇੱਕ ਤਾਂ LG ਨੇ ਲੈਫਟੀਨੈਂਟ ਗਵਰਨਰ ਦਿੱਲੀ ਦੇ ਵਿਨय ਕੁਮਾਰ ਸਕਸੇਨਾ, ਉਹਨਾਂ ਨੇ ਚੀਫ ਸੈਕਟਰੀ ਦਿੱਲੀ ਨਰੇਸ਼ ਕੁਮਾਰ ਨੂੰ ਕਿਹਾ ਕਿ ਤੁਸੀਂ 7 ਦਿਨਾਂ ਦੇ ਅੰਦਰ ਇਹ ਰਿਪੋਰਟ ਪੇਸ਼ ਕਰੋ ਕਿ ਜੋ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ ਤੇ ਪੈਸਾ ਖਰਚਿਆ, ਉਹਦੀ ਰੈਨੋਵੇਸ਼ਨ ਕਰਾਈ ਹੈ ਜਾਂ ਜੋ ਵੀ ਹੈ 45 ਕਰੋੜ ਰੁਪਇਆ ਜਿਹੜਾ ਕਿਹਾ ਜਾ ਰਿਹਾ, ਕਿ ਇਹ ਜਾਇਜ਼ ਆ ਔਰ ਕਿਹੜੀਆਂ ਚੀਜ਼ਾਂ ਦੀ ਵਾਇਲੇਸ਼ਨ ਹੋਈ ਆ। ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਸੈਪਲਿੰਗਸ ਜਾਂ ਜਿਸ ਤਰ੍ਹਾਂ ਕੋਈ ਦਰਖਤ ਜਾਂ ਬੂਟੇ ਇਹਨਾਂ ਨੇ ਉਖਾੜੇ ਨੇ, ਕਿਉਂਕਿ ਇੱਥੇ ਕਾਨੂੰਨ ਦੇ ਹਿਸਾਬ ਦੇ ਨਾਲ ਜੇ ਤੁਸੀਂ ਇੱਕ ਬੂਟਾ ਉਖਾੜਦੇ ਹੋ ਤਾਂ 10 ਲਾਉਣੇ ਪੈਂਦੇ ਆ, ਕਿ ਇਹਨਾਂ ਨੇ ਉਸ ਦਾ ਵਾਤਾਵਰਣ ਦਾ ਖਿਆਲ ਰੱਖਿਆ। ਦੂਸਰੇ ਪਾਸੇ ਅਜੇ ਮਾਕਨ ਦੀ ਆਪਾਂ ਕੱਲ ਗੱਲ ਕੀਤੀ ਸੀ, ਉਹਨਾਂ ਨੇ NGT ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਉਹਦੇ ਵਿੱਚ ਸ਼ਿਕਾਇਤ ਕਰਤੀ ਸੀ, ਉਹਨਾਂ ਨੇ 3 ਮੈਂਬਰੀ ਇੱਕ ਕਮੇਟੀ ਬਣਾਤੀ ਹੈ, ਉਹ ਵੀ ਹੁਣ ਇਸ ਚੀਜ਼ ਦੀ ਪੜਤਾਲ ਕਰੇਗੀ ਕਿ ਕੀ ਵਾਤਾਵਰਣ ਦਾ ਨੁਕਸਾਨ ਹੋਇਆ, ਜੇ ਰੈਜ਼ੀਡੈਂਸ਼ੀਅਲ ਕੰਪਲੈਕਸ ਜਿਹੜੇ ਉਹ ਉੱਥੇ ਡੈਮੇਜ ਕੀਤੇ ਗਏ ਨੇ, ਢਾਏ ਗਏ ਨੇ ਔਰ ਨਵੇਂ ਬਣਾਏ ਗਏ ਨੇ, ਕਿ ਜਿਹੜਾ ਮਾਸਟਰ ਪਲਾਨ ਆ ਦਿੱਲੀ ਦਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਗੜਬੜ ਹੋਈ ਹੈ ਜਾਂ ਜਿਹੜੀ ਹੈਰੀਟੇਜ ਆ, ਵਿਰਾਸਤ ਆ, ਉਸ ਨੂੰ ਕੋਈ ਨੁਕਸਾਨ ਪਹੁੰਚਿਆ। ਸੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ, ਅਰਵਿੰਦ ਕੇਜਰੀਵਾਲ ਨੂੰ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਪਊਗਾ। ਅਜੇ ਤੱਕ ਤਾਂ ਉਹ ਗੱਲਾਂ ਨਾਲ ਇੱਧਰ ਉੱਧਰ ਕਰਕੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਟਾਲਦੇ ਰਹੇ, ਪਰ ਹੁਣ ਉਹਨਾਂ ਲਈ ਮੁਸ਼ਕਲ ਹੋ ਜਾਏਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕਰਨਾਟਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੋਇਆ, ਹੋਮ ਮਿਨਿਸਟਰ ਅਮਿਤ ਸ਼ਾਹ ਨੇ ਉੱਥੇ ਜਾ ਕੇ ਕੁਝ ਵਿਵਾਦਿਤ ਬਿਆਨ ਦਿੱਤੇ ਮੁਸਲਿਮ ਰਿਜ਼ਰਵੇਸ਼ਨ ਨਾਲ ਸੰਬੰਧਿਤ। ਉਹਨਾਂ ਬਿਆਨਾਂ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਨੇ ਨਾਰਾਜ਼ਗੀ ਵਿਅਕਤ ਕੀਤੀ ਹੈ। ਬਿਲਕੁਲ, ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਭਾਰਤ ਦੇ ਗ੍ਰਹਿ ਮੰਤਰੀ ਸੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਸੀ ਭਾਰਤ ਦੇ ਪ੍ਰਧਾਨ ਮੰਤਰੀ, ਜ਼ਿਆਦਾਤਰ ਜਿਹੜੀ ਕਮਾਂਡ ਸੀ ਕੈਂਪੇਨਿੰਗ ਦੀ ਉਹ ਇਹਨਾਂ ਨੇ ਸੰਭਾਲੀ ਹੋਈ ਸੀ। ਇਹ ਸਾਰਿਆਂ ਨੂੰ ਪਤਾ, ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਕਿ ਜੇ ਕਿਸੇ ਨੇ ਵੋਟ ਪਾਉਣੀ ਆ ਜ਼ਿਆਦਾਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਪੂਲਰ ਚਿਹਰਾ ਤੇ ਉਹਨਾਂ ਨੂੰ ਪੈਂਦੀ ਆ। ਇਸ ਦੌਰਾਨ ਅਮਿਤ ਸ਼ਾਹ ਵੀ ਬਹੁਤ ਸਾਰੀਆਂ ਰੈਲੀਆਂ ਕਰ ਰਹੇ ਸੀ ਔਰ ਕਰਨਾਟਕ ਦੇ ਵਿੱਚ ਵਾਸੂ ਜੀ 4% ਦੀ ਰਿਜ਼ਰਵੇਸ਼ਨ ਆ ਮੁਸਲਿਮ ਕਮਿਊਨਿਟੀ ਨੂੰ ਵੀ ਮਿਲੀ ਹੋਈ ਆ ਔਰ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੀ ਕਮਿਊਨਿਟੀਜ਼ ਆ ਉਹਨਾਂ ਨੂੰ ਵੀ ਮਿਲੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਧਰਮ ਦੀ ਰਾਜਨੀਤੀ ਤਾਂ ਕਰਦੀ ਆ, ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ 4% ਦੀ ਜਿਹੜੀ ਮੁਸਲਿਮ ਰਿਜ਼ਰਵੇਸ਼ਨ ਆ ਉਹਨੂੰ ਅਸੀਂ ਖਤਮ ਕਰ ਦਿੱਤਾ ਜਾਂ ਖਤਮ ਕਰਨ ਜਾ ਰਹੇ ਹਾਂ। ਇਸ ਚੀਜ਼ ਨੂੰ ਚੈਲੰਜ ਕਰ ਦਿੱਤਾ ਗਿਆ, ਪਹਿਲਾਂ ਹਾਈ ਕੋਰਟ ਦੇ ਵਿੱਚ, ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ। ਸੁਪਰੀਮ ਕੋਰਟ ਨੇ ਇਸ ਉੱਤੇ ਸਟੇ ਲਾਤੀ ਤੇ ਉਹ ਜੀ ਸੁਣਵਾਈ ਕਰ ਰਹੇ ਨੇ। ਹੁਣ ਜਦੋਂ ਅਮਿਤ ਸ਼ਾਹ ਇਸ ਤਰ੍ਹਾਂ ਦੇ ਦਾਅਵੇ ਕਰਦੇ ਨੇ ਕੈਂਪੇਨਿੰਗ ਦੇ ਦੌਰਾਨ ਕਿ ਦੇਖੋ ਅਸੀਂ ਤਾਂ ਮੁਸਲਿਮ ਕੋਟਾ ਖਤਮ ਕਰਤਾ, ਇਸ ਚੀਜ਼ ਉੱਤੇ ਸੁਪਰੀਮ ਕੋਰਟ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਜਦੋਂ ਮਾਮਲਾ ਹਜੇ ਵੀ ਸਬ ਜੁਡਿਸ ਆ, ਇਹ ਤੇ ਸੁਣਵਾਈ ਚੱਲ ਰਹੀ ਆ, ਅਸੀਂ ਪੂਰਨ ਤੌਰ ਤੇ ਇਹ ਤੇ ਫੈਸਲਾ ਨਹੀਂ ਲਿਆ, ਫਿਰ ਤੁਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀਆਂ ਕਿਉਂ ਕਰ ਰਹੇ ਹੋ। ਔਰ ਇਸ ਦੀ ਉਹਨਾਂ ਨੇ 25 ਜੁਲਾਈ ਇਸ ਉੱਤੇ ਸੁਣਵਾਈ ਕਰਨ ਦੀ ਅਗਲੀ ਡੇਟ ਵੀ ਫਿਕਸ ਕਰਤੀ ਹੈ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਭਾਰਤ ਦੇ ਵਿੱਚ ਕਈ ਟੈਕਸਟ ਬੁੱਕਸ ਦੇ ਵਿੱਚੋਂ ਥਿਊਰੀ ਆਫ ਐਵੋਲਿਊਸ਼ਨ ਹੀ ਗਾਇਬ ਕਰ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਕਈ ਸਾਇੰਸਦਾਨਾਂ ਨੇ ਹੁਣ ਯੂਨੀਅਨ ਗਵਰਨਮੈਂਟ ਨੂੰ, ਕੇਂਦਰੀ ਸਰਕਾਰ ਨੂੰ ਚਿੱਠੀ ਲਿਖੀ ਹੈ। ਬਿਲਕੁਲ, ਤੁਸੀਂ ਦੇਖੋ ਵਾਸੂ ਜੀ, ਤੁਸੀਂ ਜ਼ਰੂਰ ਪੜ੍ਹੀ ਹੋਏਗੀ, ਅਸੀਂ ਸਾਰਿਆਂ ਨੇ ਬਾਇਓਲੋਜੀ ਵੀ ਪੜ੍ਹੀ ਆ, ਉਹਦੇ ਵਿੱਚ ਜਿਹੜੀ ਥਿਊਰੀ ਆਫ ਐਵੋਲਿਊਸ਼ਨ ਔਰ ਖਾਸ ਤੌਰ ਤੇ ਚਾਰਲਸ ਡਾਰਵਿਨ ਦੀ ਉਹ ਥਿਊਰੀ, ਉਹ ਆਪਾਂ ਸਾਰਿਆਂ ਨੇ ਜਦੋਂ ਪੜ੍ਹ ਰਹੇ ਸੀ ਔਰ ਹੁਣ ਵੀ ਜਿਹੜੇ ਸਾਇੰਸ ਸਟੂਡੈਂਟਸ ਆ ਉਹ ਪੜ੍ਹਦੇ ਨੇ। ਪਰ ਪਿਛਲੇ ਦਿਨਾਂ ਦੇ ਵਿੱਚ NCERT ਇਹਨਾਂ ਨੇ ਆਪਣੀ ਬੁੱਕਸ ਦੇ ਵਿੱਚੋਂ ਇਹ ਚੈਪਟਰ 10ਵੀਂ ਕਲਾਸ ਦਾ ਗਾਇਬ ਕਰਤਾ। ਇਸੇ ਕਰਕੇ ਚਾਹੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਹੋਵੇ, ਚਾਹੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਐਜੂਕੇਸ਼ਨ ਐਂਡ ਰਿਸਰਚ ਹੋਵੇ ਤੇ ਚਾਹੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਇਹਨਾਂ ਸਾਰਿਆਂ ਦੇ ਸਾਇੰਟਿਸਟ ਲਗਭਗ 1800 ਨੇ। ਇਹਨਾਂ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਜਿਹੜੇ ਸਾਇੰਸ ਦੇ ਸਟੂਡੈਂਟ ਇਹ ਪੜ੍ਹਦੇ ਨੇ ਥਿਊਰੀ ਆਫ ਐਵੋਲਿਊਸ਼ਨ ਆ, ਇਹਨੂੰ ਇਸ ਦਾ ਚੈਪਟਰ ਤੁਸੀਂ ਨਾ ਖਤਮ ਕਰੋ। ਵੈਸੇ ਵਾਸੂ ਜੀ 1882 ਚ ਚਾਰਲਸ ਰਾਬਰਟ ਡਾਰਵਿਨ ਇਹਨਾਂ ਦਾ ਪੂਰਾ ਨਾਮ ਹੈ, UK ਦੇ ਵਿੱਚ ਇਹ ਪੈਦਾ ਹੋਏ ਸੀ। 100 ਲਗਭਗ 41 ਜਾਂ 42 ਸਾਲ ਹੋ ਗਏ ਨੇ ਇਹਨਾਂ ਦੇ ਦੇਹਾਂਤ ਹੋਏ ਨੂੰ, ਲੇਕਿਨ ਅੱਜ ਵੀ ਕੰਟਰੋਵਰਸੀ, ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਹਮੇਸ਼ਾ ਹੀ ਇਹਨਾਂ ਦੇ ਨਾਲ ਕੌਨਫਲਿਕਟ ਰਿਹਾ। ਉਹ ਕਹਿੰਦੇ ਨੇ ਕਿ ਸ੍ਰਿਸ਼ਟੀ ਆ ਉਹ ਇਸ ਤਰ੍ਹਾਂ ਰਚੀ ਗਈ ਆ,
ਪਰ ਚਾਰਲਸ ਡਾਰਵਿਨ ਦਾ ਸੀ ਕਿ ਇਹ ਸਾਰੀ ਐਵੋਲੂਸ਼ਨ ਹੋਈ ਆ ਹੌਲੀ ਹੌਲੀ ਕਰੋੜਾਂ ਸਾਲ ਇਹਨੂੰ ਲੱਗ ਗਏ ਨੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਗਾਇਬ ਕਰ ਦੇਣਾ, ਕਿਤੇ ਨਾ ਕਿਤੇ ਤੁਸੀਂ ਸਾਇੰਟੀਫਿਕ ਟੈਂਪਰਾਮੈਂਟ ਜੋ ਹੋਣਾ ਚਾਹੀਦਾ ਉਹਨੂੰ ਵੀ ਕਿਤੇ ਗਾਇਬ ਕਰ ਰਹੇ ਹੋ। ਸੋ ਇਸ ਕਰਕੇ ਇਹਨਾਂ ਸਾਇੰਟਿਸਟ ਨੇ ਚਿੱਠੀ ਲਿਖੀ ਹੈ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।